दोहरा आए मिले श्री गुर निकट, देखे ओ प्रेम विशाल, परे चरण कर जोर कर, सो प्रभु कृपाल। वाहिगुरु जी का खालसा, वाहिगुरु जी की फतेह। परम सन्मान ते सत्कारयोग गुरु सबरूप गुरु खालसा साध संगत जियो धनता दे पात्र हो। तिलक जंजू दे राखे नौवें पातशाह वैराग त्याग अनुराग दी महान मूरत श्री गुरु तेग बहादुर साहब जी महाराज जी दे पावन पवित्र चरण छो प्राप्त इतिहासक स्थान गुरुद्वारा श्री दुख निवारण साहब जी दे पावन पवित्र दरबार अंदर देन ते दुनिया दे मालक सर्ब सांझी बालता दे सांझे रहबर कलयुगी जीवां दे उद्धारता धन धन श्री गुरु ग्रंथ साहब जी महाराज जी दे पवित्र पावन हजूरी च नेता प्रति एकत्र होके कलगीधर जी का पावन पवित्र इतिहास बहुत ही अदब सत्कार ते शरदा सहित आप जी सरवण कर रहे। अज पंचमी का दिहाड़ा है जो महीनावारी समागम नौवें पातशाह जी के हुक्म नाल इस पावन स्थान ते हर महीने पंचमी के जोड़ मेले सजदे हैं। पंचमी नूं मुख रखदियां बेअंत संगतां हाजरियां भर रहीआं ने, सतगुरां दीआं खुशियां वरत रहीआं हन। गुरदेव सदैवी अपने दरों घरों खुशियां बख्शदे ने। बस साडे कोल जाच नहीं कि असीं झोली कढ के मंगना किवें है, लैणियां किवें ने। वो जुगत वो जाच सानू आ जावे, इसे करके आपां निता प्रति गुरु की संगत करदे हां, कथा सुनदे हां, कीर्तन सुनदे हां। कलगीधर जी दे चरणां विच गुरु घर दे महान अनिन सेवक भाई साहब भाई नंद लाल जी कलगीधर दे चरणां विच आए ने कि किवें औरंगजेब बादशाह भाई साहब जी नूं जबरी मुसलमान बनाउणा चाहुंदा सी। एडा वड्डा अरबी फारसी दा विद्वान वो मुसलमान धर्म दे विच नहीं है। इहनूं तां साडे धर्म च साडे इस्लाम विच होना चाहिए। भाई साहब नूं एक खबर मिली, उसे वक्त उथों चल पे इन्हां दे नाल इन्हां दा एक सेवक सी दरोगा, वो भी आया। कलगीधर दे चरणां विच आके नमस्कार कीती। गरीब नवाज साहब जी ने भारी किरपा दृष्टि भाई साहब भाई नंद लाल जी ते कीती। भाई साहब दे जीवन संबंधी कुछ क विचारां महाकवि भाई संतोख सिंह जी इत्थे लिख रहे ने। आओ जिन्ना को समा सतगुरां ने बख्शिया इनू सफलियां करन वास्ते अपनियां सुरतियां और बिरतियां सतगुरां दे चरनां नाल जोड़िए। गुरु पातशाह जी की अमृत कथा सरवण करन तो पहला गुरु चरना च हाजरी लवाउंदे आखो जी सतनाम श्री वाहिगुरु साहिब जी। सतनाम श्री वाहिगुरु
ਸਾਹਿਬ ਜੀ। ਦੋਹਰਾ ਆਏ ਮਿਲੇ ਨਿਕਟ, ਦੇਖਿਓ ਪ੍ਰੇਮ ਵਿਸਾਲ। ਭਾਈ ਸਾਹਿਬ ਭਾਈ ਨੰਦ ਲਾਲ ਜੀ ਔਰ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਮੁਰੀਦ ਸੇਵਕ ਜੋ ਮੁਸਲਮਾਨ ਧਰਮ ਨਾਲ ਸੰਬੰਧਿਤ ਦਰੋਗਾ ਸੀ, ਇਹ ਚੱਲ ਕੇ ਕਲਗੀਧਰ ਦੇ ਚਰਨਾਂ ਵਿੱਚ ਆਏ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਪ੍ਰੇਮ ਭਾਵਨਾ ਵੇਖੀ ਹੈ। ਪਰੇ ਚਰਨ ਕਰ ਜੋਰ ਕਰ, ਲਖੇ ਸੋ ਪ੍ਰਭੂ ਕਿਰਪਾਲ। ਸਤਿਗੁਰੂ ਜੀ ਚਰਨਾਂ ਵਿੱਚ ਹੱਥ ਜੋੜ ਕੇ ਨਤਮਸਤਕ ਹੋਏ ਭਾਈ ਨੰਦ ਲਾਲ ਜੀ। ਇਹ ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਾਨ ਕਿਰਪਾਲੂ ਤੇ ਦਿਆਲੂ ਹਨ। ਸਤਿਗੁਰੂ ਜੀ ਆਪਣੇ ਸੇਵਕਾਂ ਤੇ ਤਰਸ ਕਰਦੇ ਨੇ, ਕਿਰਪਾ ਭਰੀ ਦ੍ਰਿਸ਼ਟੀ ਕਰਦੇ ਨੇ, ਮਹਾਨ ਕਿਰਪਾਲੂ ਨੇ। ਇਹ ਜਾਣ ਕੇ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ ਹੈ। ਚੌਪਈ ਨੰਦ ਲਾਲ ਨੇ ਭੇਂਟ ਚੜਾਈ, ਜੋ ਜਥਾ ਸ਼ਕਤ ਭੇਟਾ ਲੈ ਕੇ ਆਏ ਸਨ ਭਾਈ ਨੰਦ ਲਾਲ ਜੀ, ਉਹ ਭੇਟਾ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕੀਤੀ ਹੈ। बीच फारसी बैत बनाई, ਭੇਟਾ ਕੀ ਕੀਤਾ ਹੈ? ਫਾਰਸੀ ਭਾਸ਼ਾ ਵਿੱਚ ਕੁਝ ਬੈਂਤਾਂ ਭਾਈ ਸਾਹਿਬ ਜੀ ਨੇ ਤਿਆਰ ਕੀਤੀਆਂ ਹਨ। ਸ਼ੇਰ ਵੀ ਕਹਿ ਦਿੰਦੇ ਆ, ਬੈਂਤਾਂ ਵੀ ਕਹਿੰਦੇ ਨੇ। ਜਿਵੇਂ ਆਪਾਂ ਸ਼ਲੋਕ ਕਹਿ ਦਿੰਨੇ ਆ, ਫਾਰਸੀ ਦੇ ਵਿੱਚ ਉਹ ਬੈਂਤਾਂ ਆਖਦੇ ਹਨ। ਤੋ ਫਾਰਸੀ ਭਾਸ਼ਾ ਦੇ ਵਿੱਚ ਕੁਝ ਬੈਂਤਾਂ ਭਾਈ ਸਾਹਿਬ ਜੀ ਜਿਹੜੀਆਂ ਲਿਖ ਕੇ ਲਿਆਏ ਨੇ, ਉਹ ਭੇਟਾ ਵਜੋਂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ। ਸਤਿਗੁਰ ਸਿਫਤ ਬ੍ਰਹਮ ਕੋ ਗਿਆਨ, ਉਹਨਾਂ ਬੈਂਤਾਂ ਵਿੱਚ ਸਤਿਗੁਰਾਂ ਦੀ ਸਿਫਤ ਹੈ। ਦੂਜਾ ਉਹਦੇ ਵਿੱਚ ਬ੍ਰਹਮ ਗਿਆਨ ਸਮੋਇਆ ਹੋਇਆ। ਭਾਈ ਸਾਹਿਬ ਜੀ ਆਤਮਿਕ ਆਨੰਦ ਤੱਕ ਪਹੁੰਚੇ ਹੋਏ ਸਨ ਗੁਰੂ ਸਾਹਿਬ ਦੀ ਕਿਰਪਾ ਨਾਲ। ਇਸ ਕਰਕੇ ਉਹਨਾਂ ਬੈਂਤਾਂ ਵਿੱਚ ਜਿੱਥੇ ਗੁਰੂ ਸਾਹਿਬ ਜੀ ਦੀ ਉਸਤਤੀ ਹੈ, ਉੱਥੇ ਉਹਨਾਂ ਬੈਂਤਾਂ ਵਿੱਚ ਬ੍ਰਹਮ ਗਿਆਨ ਦਾ ਨਿਰੂਪਣ ਕੀਤਾ ਹੋਇਆ ਹੈ। ਜੁਗ ਤੇ ਉਕਤ ਬੋਰੀਤ ਬਖਾਨ, ਕਈ ਤਰ੍ਹਾਂ ਦੀਆਂ ਜੁਗਤੀਆਂ ਤੇ ਉਕਤੀਆਂ ਸਹਿਤ ਉਹ ਬੈਂਤਾਂ ਭਾਈ ਸਾਹਿਬ ਜੀ ਨੇ ਵਰਣਨ ਕੀਤੀਆਂ ਹੋਈਆਂ ਨੇ। ਉਹਨਾਂ ਵਿੱਚ ਭਾਰੀ ਸਿਧਾਂਤ ਪ੍ਰਗਟ ਕੀਤਾ ਹੋਇਆ ਹੈ। ਮੁਸਕਾਵਤ ਦਸਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਜੀ ਕਲਗੀਧਰ ਜੀ ਨੇ ਜਦੋਂ ਬੈਂਤਾਂ ਵੇਖੀਆਂ ਨੇ, ਫਾਰਸੀ ਦੇ ਮਹਾਰਾਜ ਜੀ ਮਹਾਨ ਮਾਰਤੰਡ ਵਿਦਵਾਨ ਨੇ ਖੁਦ ਕਲਗੀਧਰ ਜੀ, ਤਦੇ ਔਰੰਗਜ਼ੇਬ ਨੂੰ ਫਾਰਸੀ ਵਿੱਚ ਹੀ ਜ਼ਫਰਨਾਮਾ ਲਿਖ ਕੇ ਭੇਜਿਆ ਸੀ ਕਲਗੀਧਰ ਜੀ ਨੇ। ਪੜ ਕੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਹਨ। ਕਿਰਪਾ ਕਰਤ ਬੂਝਤ ਬੇਤਾਉ, ਕਿਰਪਾ ਦੇ ਰਸ ਵਿੱਚ ਆ ਕੇ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਜੀ ਪੁੱਛਦੇ ਨੇ, ਆਨਿਓ ਕਹਾ ਸੁਨਾਵੋ ਪਿਆਰੇ। ਭਾਈ ਸਾਹਿਬ ਨੰਦ ਲਾਲ ਜੀ ਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਕੀ ਲੈ ਕੇ ਆਇਓ, ਜ਼ਰਾ ਸਾਨੂੰ ਸੁਣਾਓ। ਲਿਖ ਕੇ ਲਿਆਏ ਸੀ ਨਾ। ਮਹਾਰਾਜ ਜੀ ਨੇ ਵੇਖਿਆ, ਆਪ ਪਹਿਲਾਂ ਵੇਖ ਲਿਆ, ਫਿਰ ਕਹਿੰਦੇ ਨੰਦ ਲਾਲ ਜੀ ਇਹ ਸੁਣਾਓ ਸਾਨੂੰ ਕੀ ਲੈ ਕੇ ਆਏ ਹੋ। ਕਿਆ ਇਸ ਪੋਥੀ ਵਿੱਚ ਉਚਾਰੇ, ਆ ਜਿਹੜੀ ਪੋਥੀ ਤੁਸੀਂ ਲਿਖ ਕੇ ਲਿਆਏ ਹੋ ਫਾਰਸੀ ਭਾਸ਼ਾ ਵਿੱਚ, ਇਹਦੇ ਚ ਕੀ ਲਿਖ ਕੇ ਲੈ ਕੇ ਆਏ ਹੋ। ਕਿਤਕ ਬੈਂਤ ਨੰਦ ਲਾਲ ਸੁਨਾਈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਉਸ ਵਕਤ ਉਸ ਪੋਥੀ ਵਿੱਚੋਂ ਕੁਝ ਕੁ ਬੈਂਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਈਆਂ। ਕਰੇ ਮਾਇਨੇ ਨੀਕ ਬਣਾਈ, ਔਰ ਉਹਦੇ ਜਿਹੜੇ ਮਾਇਨੇ ਸਨ, ਉਹਨਾਂ ਬੈਂਤਾਂ ਦੇ ਜਿਹੜੇ ਅਰਥ ਸਨ, ਉਹ ਵਰਣਨ ਕਰਕੇ ਸੁਣਾਏ। ਕਰਿਓ ਬੰਦਗੀ ਨਾ ਮਾਮੋਏ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਇਹ ਬੰਦਗੀ ਨਾਮਾ ਲੈ ਕੇ ਆਇਆ। ਇਸ ਪੁਸਤਕ ਦਾ ਨਾਮ ਰੱਖਿਆ ਬੰਦਗੀ ਨਾਮਾ।
ਮਹਾਰਾਜ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਬੰਦਗੀ ਨਾਮਾ ਹੈ। ਮਹਿਮਾ ਗਿਰ ਤੇ ਕੰਨ ਸਮ ਹੋਏ। ਪਾਤਸ਼ਾਹ ਆਪ ਜੀ ਦੀ ਮਹਿਮਾ ਮਹਾਨ ਪਹਾੜ ਦੇ ਸਮਾਨ ਹੈ, ਪਰ ਮੇਰੇ ਕੋਲੋਂ ਕੇਵਲ ਇੱਕ ਕਿਣਕਾ ਮਾਤਰ ਹੀ ਬਿਆਨ ਹੋ ਸਕੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਾੜ ਕਿੱਡਾ ਵੱਡਾ ਹੁੰਦਾ ਤੇ ਕਿਣਕਾ ਕੀ ਹੈ ਉਹਦੇ ਸਾਹਮਣੇ। ਯਾਨੀ ਕਿ ਮਹਾਰਾਜ ਆਪ ਜੀ ਦੀ ਮਹਿਮਾ ਤਾਂ ਪਹਾੜ ਦੇ ਸਮਾਨ ਬਹੁਤ ਵਿਸ਼ਾਲ ਹੈ, ਪਰ ਮੈਂ ਇਹਦੇ ਵਿੱਚ ਕੇਵਲ ਕਿਣਕਾ ਮਾਤਰ ਵਰਣਨ ਕਰਕੇ ਲਿਆਇਆ ਹਾਂ। ਆਹੇ ਜਥਾ ਮਤ ਤਥਾ ਬਨਾਈ। ਜਿੰਨੀ ਕੁ ਮਤ ਤੁਸੀਂ ਮੈਨੂੰ ਬਖਸ਼ੀ, ਉਸ ਮਤ ਬੁੱਧ ਦੇ ਅਨੁਸਾਰ ਮੈਂ ਓਨੀ ਕੁ ਮਤ ਦੇ ਨਾਲ ਇਹ ਬੰਦਗੀ ਨਾਮਾ ਆਪ ਜੀ ਦੀ ਉਸਤਤੀ ਵਿੱਚ ਲਿਖ ਕੇ ਲਿਆਇਆ ਹਾਂ। ਕਰ ਬੇਹਿਤ ਬਾਣੀ ਸਫਲਾਈ। ਮੈਂ ਇਸ ਕਰਕੇ ਲਿਖ ਕੇ ਲਿਆਇਆ ਕਿ ਮੈਨੂੰ ਆਪ ਜੀ ਨੇ ਕਵਿਤਾ ਦੀ ਦਾਤ ਦਿੱਤੀ ਹੈ। ਮੈਂ ਕਵਿਤਾ ਰਚ ਲੈਣਾ, ਸੁੰਦਰ ਕਵਿਤਾ ਦੀ ਬਾਣੀ ਦੀ ਰਚਨਾ ਕਰ ਲੈਂਦਾ ਹਾਂ, ਤੇ ਮੈਂ ਆਪਣੀ ਬਾਣੀ ਨੂੰ ਸਫਲ ਕਰ ਲਵਾਂ। ਇਸੇ ਕਰਕੇ ਮਹਾਰਾਜ ਜੀ ਮੈਂ ਇਹ ਕਵਿਤਾ ਰਚ ਕੇ ਆਪ ਜੀ ਦੇ ਚਰਨਾਂ 'ਚ ਲਿਆਇਆ ਹਾਂ। ਗੁਣ ਸਮੁੰਦਰ ਕੋ ਲਖੇ ਤੁਮਾਰੇ। ਆਪ ਜੀ ਦੇ ਗੁਣ ਸਮੁੰਦਰ ਦੇ ਸਮਾਨ ਹਨ। ਇਹਦੇ ਵਿੱਚ ਇੰਨੀ ਤਾਕਤ ਹੈ ਸਾਡੇ ਵਰਗੇ ਛੋਟੇ ਜਿਹੇ ਤੁੱਛ ਜਿਹੇ ਬੁੱਧ-ਬੁੱਧਿਆਂ ਦੇ ਵਿੱਚ, ਕਿ ਅਸੀਂ ਆਪ ਜੈਸੇ ਸਮੁੰਦਰ ਜੈਸੇ ਵਿਸ਼ਾਲ ਮਹਿਮਾ ਦੇ, ਅਗਾਧ ਬੁੱਧ ਮਹਿਮਾ ਦੇ ਮਾਲਕ ਦੀ ਉਪਮਾ ਵਰਣਨ ਕਰ ਸਕੀਏ। ਜਲ ਪ੍ਰੰਤੂ ਲੈ ਕਾਜ ਸੁਧਾਰੇ। ਪਰ ਹਾਂ ਉਹਦੇ ਵਿੱਚੋਂ ਥੋੜਾ ਜਿਹਾ ਜਲ ਲੈ ਕੇ ਅਸੀਂ ਆਪਣਾ ਕੰਮ ਸਵਾਰ ਸਕਦੇ ਹਾਂ, ਕਾਰਜ ਸੁਧਾਰ ਸਕਦੇ ਹਾਂ, ਪਰ ਅੰਤ ਨਹੀਂ ਪਾ ਸਕਦੇ। ਕਰੇ ਇਸ਼ਨਾਨ ਆਦ ਮਲ ਹਰੇ। ਮਹਾਰਾਜ ਉਹਦੇ ਚੋਂ ਜਲ ਲੈ ਕੇ ਇਸ਼ਨਾਨ ਕਰਕੇ ਆਪਣੀ ਮੈਲ ਦੂਰ ਕਰ ਸਕਦੇ ਹਾਂ। ਲਹੇ ਨ ਪਾਰ ਜਥਾ ਮਤ ਰਰੇ। ਮਹਾਰਾਜ ਪਰ ਪਾਰ ਨਹੀਂ ਪੈਂਦਾ ਸਮੁੰਦਰ ਦਾ। ਤੁਹਾਡੀ ਉਪਮਾ ਸਮੁੰਦਰ ਸਮਾਨ ਹੈ। ਜਿੰਨੀ ਕੁ ਉਪਮਾ ਅਸੀਂ ਕੀਤੀ ਆ, ਥੋੜਾ ਜਿਹਾ ਜਲ ਲਿਆ, ਜਿਹਦੇ ਨਾਲ ਅਸੀਂ ਆਪਣੇ ਅੰਤःਕਰਨ ਦੀ ਮੈਲ ਨੂੰ ਧੋ ਕੇ ਨਿਰਮਲ ਕਰ ਲੈਣਾ, ਪਰ ਆਪ ਜੀ ਦੀ ਉਸ ਅਗਾਧ ਬੋਧ ਮਹਿਮਾ ਦਾ ਅੰਤ ਸਾਡੇ ਕੋਲੋਂ ਨਹੀਂ ਪਾਇਆ ਜਾ ਸਕਦਾ। ਦੀਨ ਬੰਧੂ ਨਿਜ ਬਿਰਦ ਸੰਭਾਰੋ। ਇਹ ਦੀਨਾਂ ਦੇ ਬੰਧੂ, ਦੀਨ ਬੰਧੂ ਮਹਾਰਾਜ ਕਿਰਪਾ ਕਰਕੇ ਆਪਣਾ ਬਿਰਦ ਸੰਭਾਲੋ। ਹਮ ਸੇ ਅਦਮ ਜੀਵ ਕੋ ਤਾਰੋ। ਸਾਡੇ ਵਰਗੇ ਅਧਮ ਜੀਵ, ਪਾਪੀ ਜੀਵਾਂ ਦਾ ਆਪ ਦੀ ਕਿਰਪਾ ਕਰਕੇ ਉਧਾਰ ਕਰੋ। ਸੁਨ ਸ਼੍ਰੀ ਸਤਿਗੁਰ ਕਿਰਪਾ ਨਿਦਾਨ। ਇਹ ਸੁਣ ਕੇ ਕਿਰਪਾ ਦੇ ਅਥਾਹ ਸਮੁੰਦਰ, ਕਿਰਪਾ ਦੇ ਸਾਗਰ ਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਬਹੁ ਪ੍ਰਸੰਨ ਹੋਏ ਕਰਤ ਬਖਾਨ। ਬਹੁਤ ਪ੍ਰਸੰਨ ਹੋਏ ਭਾਈ ਨੰਦ ਲਾਲ ਜੀ ਦੀਆਂ ਬੈਂਤਾਂ ਸੁਣ ਕੇ, ਉਹਨਾਂ ਦੀ ਕਵਿਤਾ ਸੁਣ ਕੇ, ਬਾਣੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਹਿਣ ਲੱਗੇ, ਰਚਿਓ ਬੰਦਗੀ ਨਾਮਾ ਜੋਏ। ਕਹਿਣ ਲੱਗੇ ਭਾਈ ਨੰਦ ਲਾਲ ਸਾਹਿਬ, ਆਪ ਜੀ ਜੋ ਇਹ ਬੰਦਗੀ ਨਾਮਾ ਰਚ ਕੇ ਲੈ ਕੇ ਆਏ ਹੋ, ਆਹੇ ਜ਼ਿੰਦਗੀ ਨਾਮਾ ਸੋਏ। ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ। ਇਸੇ ਕਰਕੇ ਭਾਈ ਸਾਹਿਬ ਦੀ ਇਸ ਰਚਨਾ ਨੂੰ ਜ਼ਿੰਦਗੀ ਨਾਮਾ ਕਿਹਾ ਜਾਂਦਾ ਹੈ। ਆਖਿਆ ਭਾਈ ਸਾਹਿਬ ਜੀ, ਇਹ ਬੰਦਗੀ ਨਾਮਾ ਨਹੀਂ, ਜ਼ਿੰਦਗੀ ਨਾਮਾ ਹੈ। ਜਿਹੜਾ ਕੋਈ ਆਪਣੇ ਜੀਵਨ ਵਿੱਚ ਇਸ ਦੀ ਕਮਾਈ ਕਰੇ, ਉਹਨਾਂ ਨੂੰ ਜ਼ਿੰਦਗੀ ਦੇ ਮੇਨ ਮਕਸਦ ਦੀ ਸਮਝ ਪੈ ਜਾਂਦੀ ਹੈ। ਉਹ ਆਪਣੀ ਜ਼ਿੰਦਗੀ ਦੇ ਪ੍ਰਯੋਜਨ ਨੂੰ, ਮਨੋਰਥ ਨੂੰ ਸਿੱਧ ਕਰਨ ਵਾਸਤੇ ਚੱਲ ਪੈਂਦੇ ਹਨ। ਇਸ ਕਰਕੇ ਭਾਈ ਸਾਹਿਬ ਆਪ ਜੀ ਦੀ ਇਹ ਰਚਨਾ ਜ਼ਿੰਦਗੀ ਨਾਮਾ ਹੈ। ਕਰਿਓ ਸਰਾਹਨ ਨੀਕੇ ਬਨਿਓ। ਸ਼ਲਾਘਾ ਕੀਤੀ, ਆਖਿਆ ਭਾਈ ਨੰਦ ਲਾਲ ਜੀ ਬਹੁਤ ਸੁੰਦਰ ਰਚਨਾ ਰਚੀ ਹੈ ਆਪ ਜੀ ਨੇ, ਬਹੁਤ ਸੋਹਣੇ ਛੰਦ ਵਿੱਚ ਰਚੇ ਨੇ, ਸੁੰਦਰ ਬਈਆਂ ਹਨ। ਪਟਤ ਸੁਨਤ ਇਤ ਦਾਇਕ ਪਨਿਓ। ਇਸ ਨੂੰ ਪੜ੍ਹ ਕੇ ਸੁਣ ਕੇ ਹਿਤ ਪ੍ਰਾਪਤ ਹੁੰਦਾ, ਗੁਰੂ ਦਾ ਪ੍ਰੇਮ ਪ੍ਰਾਪਤ ਹੁੰਦਾ ਹੈ। ਮੀਰ ਦਰੋਗਾ
ਸੈਯਦ ਸਾਹਿਬ। ਖਾਲਸਾ ਜੀ ਭਾਈ ਸਾਹਿਬ ਜੀ ਦੇ ਨਾਲ ਇੱਕੋ ਮੀਰ ਦਰੋਗਾ ਜਿਹੜਾ ਵੱਡੇ ਰੁਤਬੇ ਵਾਲਾ ਸੀ, ਕਾਫੀ ਉਹਦੀ ਉੱਚੀ ਪਦਵੀ ਸੀ ਉਸ ਵੇਲੇ ਮੀਰ ਦਰੋਗੇ ਦੀ, ਜੋ ਜਾਤੀ ਕਰਕੇ ਸੈਯਦ ਸੀ। ਮੁਸਲਮਾਨ ਧਰਮ ਵਿੱਚ ਇੱਕ ਜਾਤੀ ਸੈਯਦ ਜਾਤੀ ਹੈ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੀ ਅੱਗੇ ਅੰਸ਼ ਵੰਸ਼ ਮੰਨੀ ਜਾਂਦੀ ਹੈ। ਉਹਨਾਂ ਵਿੱਚੋਂ ਇਹ ਸੈਯਦ ਜਾਤੀ ਦਾ ਮੀਰ ਦਰੋਗਾ ਜੋ ਭਾਈ ਸਾਹਿਬ ਦੇ ਨਾਲ ਚੱਲ ਕੇ ਆਇਆ ਹੋਇਆ ਹੈ। ਨੰਦ ਲਾਲ ਕੋ ਸਿੱਖ ਅਜਾਇਬ। ਇਹ ਜਿਹੜਾ ਮੀਰ ਦਰੋਗਾ ਸੀ ਇਹ ਭਾਈ ਨੰਦ ਲਾਲ ਜੀ ਦਾ ਸ਼ਾਗਿਰਦ ਸੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਪਾਸ ਬੜੀ ਭਾਵਨਾ ਨਾਲ ਉਹਨਾਂ ਦੀ ਸੇਵਾ ਕਰਦਾ ਸੀ। 1,500 ਮੋਹਰ ਤਾਰੇ ਆਗੇ। ਇਸ ਕਰਕੇ ਜਦੋਂ ਭਾਈ ਸਾਹਿਬ ਆਏ ਵੀ ਬਕਾਇਦਾ ਬੇਨਤੀ ਕਰਕੇ ਨਾਲ ਆਇਆ ਕਿ ਤੁਸੀਂ ਆਪਣੇ ਗੁਰੂ ਦੇ ਮੈਨੂੰ ਦਰਸ਼ਨ ਕਰਾਓ। ਮੇਰੇ ਗੁਰੂ ਤੁਸੀਂ ਹੋ, ਮੈਂ ਤੁਹਾਡਾ ਮੁਰੀਦ ਆ, ਤੁਸੀਂ ਜਿਹਦੇ ਮੁਰੀਦ ਹੋ ਮੈਨੂੰ ਉਹਨਾਂ ਕੋਲ ਲੈ ਚੱਲੋ। ਤੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਨਾਲ ਲਿਆਏ ਸਨ। ਇਹਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਤਕਰੀਬਨ 1500 ਅਸ਼ਰਫੀਆਂ ਸੋਨੇ ਦੀਆਂ ਕਲਗੀਧਰ ਜੀ ਦੇ ਚਰਨਾਂ ਵਿੱਚ ਇਸ ਮੀਰ ਦਰੋਗੇ ਨੇ ਭੇਟ ਕੀਤੀਆਂ। ਕਲਗੀਧਰ ਕੀ ਚਰਨੀ ਲਾਗੇ। ਔਰ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਲੱਗੇ। ਮਹਾ ਪ੍ਰੇਮ ਤੇ ਜਲ ਭਰ ਨੈਣ। ਇੰਨਾ ਪ੍ਰੇਮ ਇਸ ਮੀਰ ਦਰੋਗੇ ਦੇ ਹਿਰਦੇ ਚ ਉਪਜਿਆ ਕਿ ਇਹਦੀਆਂ ਅੱਖਾਂ ਵਿੱਚੋਂ ਪਾਣੀ ਭਰ ਆਇਆ, ਨੇਤਰ ਸਜਲ ਹੋ ਗਏ, ਵਿਰਾਗ ਦੀ ਮੂਰਤ ਹੋ ਗਿਆ। ਮੁਖ ਤੇ ਨੈਨਿਕ ਸਤ ਕਛ ਬੈਨ। ਇੰਨਾ ਜ਼ਿਆਦਾ ਵਿਰਾਗ ਵਿੱਚ ਆ ਗਿਆ ਇਹ ਮੀਰ ਦਰੋਗਾ ਕਿ ਇਹਦੇ ਕੋਲੋਂ ਮੂੰਹ ਤੋਂ ਕੁਝ ਬੋਲ ਨਹੀਂ ਹੁੰਦਾ, ਕੰਠ ਰੁਕ ਗਿਆ, ਵਾਣੀ ਗਦਗਦ ਹੋ ਗਈ ਹੈ, ਜ਼ੁਬਾਨ ਤੋਂ ਸ਼ਬਦ ਬੋਲ ਨਹੀਂ ਨਿਕਲਦੇ। ਦਰਸ਼ਨ ਕਰਤ ਅਮੀ ਜਨ ਪੀਵਤ। ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ, ਮਾਨੋ ਗੁਰੂ ਦਰਸ਼ਨਾਂ ਨੂੰ ਆਪਣੇ ਨੇਤਰਾਂ ਰੂਪੀ ਡੋਨਿਆਂ ਨਾਲ ਭਰ ਭਰ ਕੇ ਆਪਣੇ ਸਵੈ ਅੰਤਰਾਤਮੇ ਪੁੰਚ ਕੇ ਆਨੰਦਿਤ ਹੋ ਰਿਹਾ ਹੈ। ਲੋਚਨੇ ਕਰ ਥਿਰ ਥੀਵਤ। ਆਪਣੀਆਂ ਅੱਖਾਂ ਦੇ ਡੋਨਿਆਂ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਅੰਮ੍ਰਿਤ ਜਲ ਭਰ ਭਰ ਕੇ ਪੀ ਰਿਹਾ ਸਤਿਗੁਰਾਂ ਦੇ ਸਾਨਮੁਖ ਬੈਠਾ ਦਰੋਗਾ। ਭਇਓ ਮਗਨ ਮਨ ਦੇਖਤ ਰਹਿਓ। ਮਗਨ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ, ਬਸ ਦਰਸ਼ਨ ਕਰਦਿਆਂ ਆਨੰਦ ਦੇ ਨਾਲ ਭਰ ਗਿਆ। ਲਖੇ ਕੇ ਤਨ ਖੁਦਾਏ ਮੈਂ ਲਇਓ। ਜਾਣ ਲਿਆ ਕਿ ਸਤਿਗੁਰੂ ਕਲਗੀਧਰ ਜੀ ਖੁਦਾ ਦਾ ਹੀ ਤਨ ਹਨ। ਖੁਦਾ ਨੇ ਹੀ ਕਲਗੀਧਰ ਦਾ ਸਵਰੂਪ ਧਾਰਨ ਕੀਤਾ, ਖੁਦ ਖੁਦਾ ਇਸ ਮਾਤ ਲੋਕ ਦੀ ਧਰਤੀ ਤੇ ਆਏ ਨੇ। ਦਸ਼ਾ ਦੇਖ ਕਰ ਪਰਮ ਕਿਰਪਾਲ। ਖਾਲਸਾ ਜੀ ਵੇਖੋ, ਇਹ ਵੀ ਸੈਯਦ ਮੁਸਲਮਾਨ ਹੈ, ਇੱਕ ਸਮੇਂ ਦਾ ਹੁਕਮਰਾਨ ਬਾਦਸ਼ਾਹ ਉਹ ਵੀ ਮੁਸਲਮਾਨ ਹੈ। ਇੱਕ ਜ਼ੁਲਮ ਕਰ ਰਿਹਾ ਹੈ, ਗੁਰੂ ਘਰ ਨਾਲ ਵੈਰ ਕਮਾ ਰਿਹਾ ਹੈ, ਤੇ ਇੱਕ ਸਤਿਗੁਰਾਂ ਦੇ ਚਰਨਾਂ ਵਿੱਚ ਅੱਖਾਂ ਦੇ ਵਿੱਚ ਜਲ ਭਰ ਕੇ ਗੁਰੂ ਨੂੰ ਖੁਦਾ ਰੂਪ ਜਾਣ ਕੇ ਦਰਸ਼ਨ ਕਰ ਰਿਹਾ ਹੈ। ਮਹਾਰਾਜ ਜੀ ਨੇ ਇਹਨੂੰ ਵੇਖਿਆ, ਇਹਦੇ ਦਸ਼ਾ ਵੇਖੀ, ਪ੍ਰੇਮ ਭਰੀ ਦਸ਼ਾ ਉਹ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖੀ। ਬੋਲੇ ਮੁਸਕਾਵਤ ਤਿਸ ਕਾਲ। ਥੋੜੀ ਜੀ ਮੁਸਕਰਾਹਟ, ਖੇੜਾ ਵੰਡਦਿਆਂ ਹੋਇਆਂ ਆਪਣੀ ਮੁਸਕਰਾਹਟ ਨਾਲ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਬੋਲੇ। ਬੈਠੋ ਨਿਕਟ ਕਹੋ ਨਾਤੀ। ਆਖਿਆ ਆਓ ਮੀਰ ਜੀ ਬੈਠੋ। ਮੀਰ ਦਰੋਗਾ ਜੀ ਬਹਿ ਜਾਓ ਸਾਡੇ ਪਾਸ। ਚਰਨਾਂ ਵਿੱਚ ਬਿਠਾ ਲਿਆ, ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਬਚਨ ਕਰੋ, ਆਪਣੇ ਮਾਨਸਿਕ ਦਸ਼ਾ, ਆਪਣੀ ਮਨੋਦਸ਼ਾ ਨੂੰ ਵਰਣਨ ਕਰਕੇ ਦੱਸੋ। ਇਸ ਕੋ ਤੂੰ ਮੁਰੀਦ ਬਖਿਆਤੀ। ਤੂੰ ਕਿਸ ਦਾ ਮੁਰੀਦ ਹੈ? ਮਹਾਰਾਜ ਜੀ ਪੁੱਛਦੇ ਉਸ ਦਰੋਗੇ ਨੂੰ, ਤੁਸੀਂ ਕਿਸ ਦੇ ਮੁਰੀਦ ਹੋ ਮੀਰ ਜੀ? ਕਿਸ ਮੁਰਸ਼ਦ ਕੇ ਹੈ ਅਨੁਸਾਰੀ। ਤੁਹਾਡੇ ਮੁਰਸ਼ਿਦ ਕੌਣ ਨੇ? ਕਿਸ ਮੁਰਸ਼ਿਦ ਦੇ ਅਨੁਸਾਰੀ ਹੋ ਕੇ ਤੁਸੀਂ ਚੱਲਦੇ ਹੋ? ਇਸ ਤੇ ਚਾਹਤ ਭਲੋ ਅਗਾਰੀ। ਔਰ ਆਪਣਾ ਅੱਗੇ ਦਾ ਭਲਾ ਕਿਸ ਤੋਂ ਚਾਹੁੰਦੇ? ਕਿਸ ਤੋਂ ਤੁਸੀਂ ਆਪਣਾ ਪਰਲੋਕ ਸਵਾਰਿਆ ਚਾਹੁੰਦੇ ਹੋ? ਸੁਨ ਸੈਯਦ ਬੋਲਿਓ ਤਿਸ ਬੇਰਾ। ਉਹ ਸੈਯਦ ਉਸ ਵੇਲੇ ਬੋਲਿਆ, ਉਹ ਮੀਰ ਦਰੋਗਾ ਬੋਲਿਆ, ਸਾਹਿਬ ਨੂੰ ਕਹਿਣ ਲੱਗਾ, ਨੰਦ ਲਾਲ ਹੈ ਏਓ ਗੁਰ ਮੇਰਾ। ਕਹਿਣ ਲੱਗਾ, ਮਹਾਰਾਜ ਮੇਰੇ ਮੁਰਸ਼ਿਦ ਤਾਂ ਭਾਈ ਨੰਦ ਲਾਲ ਜੀ ਨੇ, ਮੈਂ ਤਾਂ ਇਹਨਾਂ ਦਾ ਸ਼ਾਗਿਰਦ ਹਾਂ।
ਇਹਨਾਂ ਨੂੰ ਮੈਂ ਆਪਣਾ ਮੁਰਸ਼ਦ ਧਾਰਨ ਕੀਤਾ ਹੋਇਆ। ਸਿੱਖ ਮੈਂ ਬਨਿਓ ਲਿਓ ਉਪਦੇਸ਼, ਇਹਨਾਂ ਦਾ ਸਿੱਖ ਬਣਿਆ ਤੇ ਮੈਂ ਇਹਨਾਂ ਦਾ ਉਪਦੇਸ਼ ਲੈਂਦਾ ਹਾਂ। ਇਸ ਤੇ ਹੱਤੇ ਕਲੇਸ਼ ਅਸ਼ੇਸ਼, ਇਹਨਾਂ ਦੇ ਉਪਦੇਸ਼ ਨਾਲ ਮੈਂ ਆਪਣੇ ਸਾਰੇ ਕਲੇਸ਼ਾਂ ਤੋਂ ਮੁਕਤੀ ਪ੍ਰਾਪਤ ਕੀਤੀ ਹੈ। ਆਲਮ ਸਿੰਘ ਨਚਨਾ ਜਿਸ ਕਏ, ਜਦੋਂ ਇਹਨੇ ਕਿਹਾ ਨਾ ਵੀ ਮੇਰੇ ਮੁਰਸ਼ਦ ਤਾਂ ਭਾਈ ਨੰਦ ਲਾਲ ਜੀ ਹਨ, ਲਾਗੇ ਮਹਾਰਾਜ ਜੀ ਦਾ ਗੜਵਈ ਗੁਰਦੇਵ ਦੇ ਪਰਮ ਪਿਆਰੇ ਸੇਵਕ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੱਚਣਾ ਉਹ ਖੜੇ ਸਨ। ਉਹ ਕੋਲੋਂ ਬੋਲੇ ਕੇ ਆਏ, ਉਹ ਨਾਲ ਹੀ ਖੜੇ, ਕਿਉਂਕਿ ਪਾਤਸ਼ਾਹ ਦੇ ਗੜਵਈ ਗੁਰਦੇਵ ਦੇ ਨਿਕਟਵਰਤੀ ਹਜੂਰੀ ਸਿੰਘਾਂ ਵਿੱਚੋਂ ਸਨ ਭਾਈ ਆਲਮ ਸਿੰਘ ਜੀ। ਭਾਈ ਆਲਮ ਸਿੰਘ ਜੀ ਉਸ ਵੇਲੇ ਬੋਲੇ। ਭਾਈ ਮਨੀ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਸਨ। ਕਹਿਣ ਲੱਗੇ ਸੁਨ ਕਰ ਤਰਕ ਕਰਤ ਸੋ ਬੋਲਾ, ਤਰਕ ਕਰਦਿਆਂ ਭਾਈ ਆਲਮ ਸਿੰਘ ਜੀ ਬੋਲੇ। ਕਹਿਣ ਲੱਗੇ ਐਸੋ ਬਾਕ ਨ ਕਹੀਏ ਹੋਲਾ, ਕਹਿਣ ਲੱਗੇ ਸੈਯਦ ਜੀ ਏਦਾਂ ਦਾ ਹੌਲਾ ਬਚਨ ਨਹੀਂ ਕਰੀਦਾ, ਕਿਉਂਕਿ ਇਹਨੇ ਜਿੰਨਾ ਕਿਹਦੇ ਕੋ ਮੱਤ ਸੀ। ਕਹਿਣ ਲੱਗਾ ਵੀ ਮੇਰੇ ਗੁਰੂ ਤਾਂ ਭਾਈ ਨੰਦ ਲਾਲ ਜੀ ਨੇ। ਭਾਈ ਆਲਮ ਸਿੰਘ ਨੇ ਆਖਿਆ ਵੀ ਨੰਦ ਲਾਲ ਦੇ ਗੁਰੂ ਕਲਗੀਧਰ ਜੀ ਨੇ। ਉਹਨਾਂ ਦੇ ਸਾਹਮਣੇ ਭਾਈ ਨੰਦ ਲਾਲ ਜੀ ਨੂੰ ਕਹਿੰਦਾ ਵੀ ਮੇਰੇ ਗੁਰੂ ਹਨ। ਭਾਈ ਆਲਮ ਸਿੰਘ ਜੀ ਨੇ ਤਰਕ ਕੀਤੀ। ਤਰਕ ਕਰਕੇ ਕਹਿਣ ਲੱਗੇ ਏਦਾਂ ਨਹੀਂ ਕਹੀਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ। ਤੀਨ ਲੋਕਪਤੀ ਗੁਰ ਵਿਦਮਾਨੋ, ਤਿੰਨਾਂ ਲੋਕਾਂ ਦੇ ਪਤੀ ਗੁਰੂ ਰੂਪ ਵਿੱਚ ਵਿਦਮਾਨ ਨੇ ਗੁਰੂ ਬਾਜਾਂ ਵਾਲੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਤ੍ਰਿਲੋਕੀ ਨਾਥ ਤਿੰਨਾਂ ਲੋਕਾਂ ਦੇ ਪਤੀ ਗੁਰੂ ਰੂਪ ਦੇ ਵਿੱਚ ਵਿਦਤ ਹਨ। ਸਿੱਖਨ ਕੋ ਤੁਮ ਗੁਰੂ ਬਖਾਨੋ, ਤੁਸੀਂ ਉਹਨਾਂ ਦੇ ਸਿੱਖਾਂ ਨੂੰ ਗੁਰੂ ਕਹਿਣ ਲੱਗ ਪਏ। ਇਹ ਭਾਈ ਨੰਦ ਲਾਲ ਜੀ ਤਾਂ ਇਹਨਾਂ ਦੇ ਸਿੱਖ ਨੇ, ਤੁਸੀਂ ਗੁਰੂ ਜੀ ਦੇ ਸਿੱਖਾਂ ਨੂੰ ਗੁਰੂ ਕਹਿਣ ਲੱਗ ਪਏ। ਕਹਿਨ ਹਜ਼ੂਰ ਨਾ ਏਓ ਅਧਿਕਾਰਾ, ਗੁਰੂ ਕੇ ਸਨਮੁਖ ਹਜ਼ੂਰੀ ਵਿੱਚ ਬੈਠ ਕੇ ਗੁਰੂ ਸਾਹਿਬ ਦੇ ਸਨਮੁਖ ਉਹਨਾਂ ਦੇ ਸਿੱਖ ਨੂੰ ਗੁਰੂ ਕਹਿਣਾ ਇਹ ਯੋਗ ਨਹੀਂ ਹੈ ਸੈਯਦ ਜੀ। ਉਚਰਨ ਕੀਜੈ ਹਿਰਦੇ ਵਿਚਾਰਾ, ਵਿਚਾਰ ਕਰਕੇ ਆਪਣੇ ਹਿਰਦੇ 'ਚ ਬੋਲੋ। ਸੁਨ ਸੈਯਦ ਤੂੰ ਸ਼ਨੋਏ ਰਹਿਓ। ਸੁਣ ਕੇ ਉਹ ਸੈਯਦ ਇੱਕਦਮ ਚੁੱਪ ਕਰ ਗਿਆ। ਉਹਨੂੰ ਕਿਆ ਪਤਾ ਸੀ ਗੁਰੂ ਘਰ ਦੀ ਸਿੱਖੀ ਸਿਧਾਂਤਾਂ ਦੇ ਬਾਰੇ, ਉਹ ਹਾਲੇ ਅਣਜਾਣ ਸੀ। ਉਹ ਬਿਲਕੁਲ ਚੁੱਪ ਕਰ ਗਿਆ। ਸ਼੍ਰੀ ਸਤਿਗੁਰ ਤਿਸ ਕੋ ਮਨ ਲਇਓ, ਮਹਾਰਾਜ ਜੀ ਨੇ ਵੇਖਿਆ ਕਿ ਸੈਯਦ ਦਾ ਮਨ ਟੁੱਟ ਗਿਆ। ਜਦੋਂ ਭਾਈ ਆਲਮ ਸਿੰਘ ਨੇ ਟੋਕ ਦਿੱਤਾ ਤੇ ਭਾਈ ਸਾਹਿਬ ਆਲਮ ਸਿੰਘ ਜੀ ਆਪਣੀ ਜਗ੍ਹਾ ਤੇ ਸਹੀ ਸੀ। ਸੈਯਦ ਦੀ ਜਿੰਨੀ ਮੱਤ ਸੀ ਉਹ ਆਪਣੀ ਜਗ੍ਹਾ ਤੇ ਸਹੀ ਸੀ। ਉਹਨੇ ਜਿੰਨਾ ਕੁ ਸੋਚਿਆ ਹੋਇਆ ਸੀ। ਤੋ ਕਲਗੀਧਰ ਜੀ ਨੇ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਬੋਲੇ ਆਲਮ ਸਿੰਘ ਨਾ ਹਟਕ ਪ੍ਰਬੀਨਾ, ਕਹਿੰਦੇ ਆਲਮ ਸਿੰਘ ਨਾ ਰੋਕੋ ਸੈਯਦ ਜੀ ਨੂੰ। ਪ੍ਰਵੀਨ ਨੂੰ ਤੁਸੀਂ ਜੋ ਵਿਚਾਰ ਦਿੱਤੀ ਹੈ ਬਿਲਕੁਲ ਦਰੁਸਤ ਹੈ, ਪਰ ਤੁਸੀਂ ਇਹਨੂੰ ਸੈਯਦ ਨੂੰ ਨਾ ਟੋਕੋ। ਨੰਦ ਲਾਲ ਕੋ ਗੁਰਪਦ ਦੀਨਾ, ਅਸੀਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਵੀ ਮੰਜੀ ਦੀ ਪਦਵੀ ਦੇਣ। ਗੁਰੂ ਘਰ ਵਿੱਚ ਜਿਹੜੀ ਮੰਜੀ ਪ੍ਰਥਾ ਚੱਲੀ ਹੈ ਉਹ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਨੇ ਵੀ ਮੰਜੀਆਂ ਸਥਾਪਿਤ ਕੀਤੀਆਂ। ਜਿਹੜੇ ਆਪਣੇ ਵੱਲੋਂ ਪ੍ਰਚਾਰਕ ਸਨ ਉਹ ਸਥਾਪਿਤ ਕੀਤੇ। ਜਿਵੇਂ ਪਟਨਾ ਸਾਹਿਬ ਸਾਲਸਰਾਏ ਜੌਹਰੀ ਦਾ ਇੱਕ ਸੇਵਕ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ ਮਹਾਰਾਜ ਜੀ ਨੂੰ, ਉਹਨੂੰ ਉੱਥੋਂ ਦਾ ਮੰਜੀ ਥਾਪੀ। ਕਹਿਣ ਲੱਗੇ ਅਸੀਂ ਭਾਈ ਨੰਦ ਲਾਲ ਸਾਹਿਬ ਨੂੰ ਵੀ ਆਪਣੇ ਦਰ ਘਰ ਦੀ ਮੰਜੀ ਸਥਾਪਿਤ ਕਰਦੇ ਹਾਂ। ਮੰਜੀ ਦਾ ਮਤਲਬ ਪ੍ਰਚਾਰਕ ਦੀ ਮੰਜੀ। ਇਸ ਕਰਕੇ ਸੈਯਦ ਜੀ ਇਹਨਾਂ ਨੂੰ ਆਪਣਾ ਇਸ਼ਟ ਰੂਪ ਕਰਕੇ, ਉਸਤਾਦ ਰੂਪ ਕਰਕੇ ਵੇਖ ਰਹੇ ਨੇ, ਮੁਰਸ਼ਿਦ ਰੂਪ ਕਰਕੇ ਵੇਖ ਰਹੇ ਨੇ। ਇਹਨਾਂ ਨੂੰ ਵੇਖਣ ਦਿਓ। ਮੈਂ ਬਖਸ਼ੀਸ਼ ਕੀਨ ਇਸ ਤਾਈ, ਭਾਈ ਨੰਦ ਲਾਲ ਸਾਹਿਬ ਜੀ ਨੂੰ ਅਸੀਂ ਬਖਸ਼ਿਸ਼ ਕਰ ਦਿੱਤੀ। ਇਹਨਾਂ ਨੂੰ ਗੁਰੂ ਘਰ ਦੇ ਪ੍ਰਚਾਰਕ ਦੀ ਮੰਜੀ ਉਹ ਅਸੀਂ ਸਥਾਪਿਤ ਕਰਕੇ ਦੇ ਦਿੱਤੀ ਹੈ। ਆਏ ਬਨੇ ਸਿੱਖ ਸੋ ਸੁਖ ਪਾਈ, ਜਿਹੜੇ ਭਾਈ ਨੰਦ ਲਾਲ ਸਾਹਿਬ ਨੂੰ ਆ ਕੇ ਮਿਲਣਗੇ ਉਹ ਵੀ ਸੁਖੀ ਹੋਣਗੇ। ਉਹਨਾਂ ਨੂੰ ਵੀ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਭਾਈ ਨੰਦ ਲਾਲ ਸਾਹਿਬ ਜੀ ਦੇ ਹਿਰਦੇ 'ਚ ਆਤਮਿਕ ਗਿਆਨ ਉਜਾਗਰ ਹੋ ਗਿਆ। ਜਿਹੜੇ ਇਹਨਾਂ ਨੂੰ ਵੀ ਆ ਕੇ ਮਿਲਣਗੇ
ਉਹ ਸੁਖੀ ਹੋ ਜਾਣਗੇ। ਨੰਦ ਲਾਲ ਨੇ ਮੋਕੋ ਜਾਣਿਓ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਾਨੂੰ ਜਾਣਿਆ, ਇਹਨਾਂ ਨੇ ਮੈਨੂੰ ਜਾਣ ਲਿਆ। ਮੇਰੋ ਭਲੋ ਸਰੂਪ ਪਛਾਨਿਓ। ਇਹਨਾਂ ਨੇ ਮੇਰਾ ਜੋ ਵਾਸਤਵਿਕ ਸਰੂਪ ਹੈ ਉਸ ਨੂੰ ਭਾਈ ਨੰਦ ਲਾਲ ਜੀ ਨੇ ਪਛਾਣਿਆ। ਇਹਦੇ 'ਚ ਕੋਈ ਦੋ ਰਾਏ ਨਹੀਂ। ਜਦੋਂ ਭਾਈ ਸਾਹਿਬ ਦੀ ਬਾਣੀ ਪੜ੍ਹਦੇ ਆ ਕਲਗੀਧਰ ਜੀ ਦੀ ਸਿਫਤ ਵਿੱਚ ਤੇ ਪਤਾ ਲੱਗਦਾ ਕਿ ਭਾਈ ਨੰਦ ਲਾਲ ਜੀ ਨੇ ਜਿਸ ਦ੍ਰਿਸ਼ਟੀ ਨਾਲ ਕਲਗੀਧਰ ਜੀ ਨੂੰ ਵੇਖਿਆ, ਸਾਹਿਬ ਦੇ ਦਰਸ਼ਨ ਕੀਤੇ ਨੇ, ਉਹ ਬਾ ਕਮਾਲ ਹੈ। ਮਹਾਰਾਜ ਜੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਨੇ ਸਾਨੂੰ ਭਲੀ ਪ੍ਰਕਾਰ ਨਾਲ ਜਾਣ ਲਿਆ, ਇਹਨਾਂ ਸਾਡੇ ਸਵਰੂਪ ਨੂੰ ਜਾਣ ਲਿਆ। ਮੇਰੋ ਭਲੋ ਸਰੂਪ ਪਛਾਨਿਓ। ਇਹਨਾਂ ਨੇ ਸਾਡਾ ਭਲਾ ਸਰੂਪ ਜੋ ਹੈ, ਜੋ ਵਿਰਾਟ ਰੂਪ ਵਿੱਚ ਵੀ ਵਿਆਪਕ ਹੈ, ਉਹ ਪਹਿਚਾਣਿਆ। ਜਾਂ ਤੇ ਇਸ ਕੋ ਗੁਰ ਪਦ ਹੋਵਾ। ਇਸ ਕਰਕੇ ਅਸੀਂ ਇਹਨੂੰ ਵੀ ਸਿੱਖਿਆ ਦੇਣ ਵਾਲਾ ਪਦ, ਜਿਹੜਾ ਪਦਵੀ ਹੈ, ਉਹ ਅਸੀਂ ਇਹਨਾਂ ਨੂੰ ਬਖਸ਼ ਦਿੱਤੀ ਹੈ। ਭਗਤ ਗਿਆਨ ਕੋ ਰਸਨ ਜੋਆ। ਇਹਨਾਂ ਨੇ ਕੱਲਾ ਗਿਆਨ ਨਹੀਂ, ਗਿਆਨ ਨਾਲ ਭਗਤੀ ਦੇ ਰਸ ਨੂੰ ਵੀ ਮਾਣਿਆ। ਫੋਕਾ ਗਿਆਨ ਗੁਰੂ ਘਰ 'ਚ ਪ੍ਰਵਾਨ ਨਹੀਂ ਹੈ। ਇਹ ਗੱਲ ਹਰ ਸਿੱਖ ਨੂੰ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰੂ ਘਰ ਦੇ ਵਿੱਚ ਖੁਸ਼ਕ ਗਿਆਨ ਨੂੰ ਕੋਈ ਥਾਂ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜਾ ਗਿਆਨ ਹੈ ਉਹ ਭਗਤੀ ਲਵਰੇਜ਼ ਗਿਆਨ ਹੈ, ਜਿਹਦੇ 'ਚ ਭਗਤੀ ਦਾ ਰਸ ਹੈ। ਇੱਥੇ ਸੁੱਕਾ ਗਿਆਨ ਨਹੀਂ, ਮੈਂ ਰੱਬ ਹਾਂ, ਤੁਸੀਂ ਸਭ ਰੱਬ ਹੋ, ਇਹ ਸੁੱਕਾ ਗਿਆਨ ਨਹੀਂ ਹੈ। ਇੱਥੇ ਤਾਂ ਇਹ ਭਗਤੀ ਲਵਰੇਜ਼ ਗਿਆਨ ਹੈ। ਤੂੰ ਸੁਆਮੀ ਹੈ, ਮੈਂ ਦਾਸ ਹਾਂ, ਤੂੰ ਮਾਲਕ ਹੈ, ਮੈਂ ਤੇਰੇ ਦਰ ਦਾ ਗੋਲਾ ਲਾਲਾ ਹਾਂ। ਇਹ ਭਗਤੀ ਲਵਰੇਜ਼ ਗਿਆਨ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ। ਖੁਸ਼ਕ ਗਿਆਨ ਲੈ ਕੇ ਆਇਆ ਸੀ ਭਾਈ ਭਗਤ ਕਾਨਾ ਗੁਰੂ ਅਰਜਨ ਦੇਵ ਸਾਹਿਬ ਕੋਲ। ਸੁੱਕਾ ਤੇ ਖੁਸ਼ਕ ਗਿਆਨ ਲਿਆ ਕੇ ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦਾ ਜੀ ਮੇਰੀ ਬਾਣੀ ਲਿਖੋ। ਮਹਾਰਾਜ ਕਹਿੰਦੇ ਉਚਾਰੋ ਕੀ ਹੈ ਤੁਹਾਡੀ ਬਾਣੀ? ਕਹਿੰਦਾ ਜਾ ਕੋ ਵੇਦ ਪੁਰਾਨਾ ਗਾਵੈ ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਮਹਾਰਾਜ ਜੀ ਕਹਿੰਦੇ ਕਾਨਾ ਜੀ ਰਹਿਣ ਦਿਓ, ਇਹ ਸੁੱਕਾ ਗਿਆਨ ਗੁਰੂ ਨਾਨਕ ਸਾਹਿਬ ਦੇ ਘਰ 'ਚ ਪ੍ਰਵਾਨ ਨਹੀਂ। ਇੱਥੇ ਤਾਂ ਸਵਾਮੀ ਤੇ ਦਾਸ ਦਾ ਭਾਵ, ਇਹ ਪ੍ਰਭੂ ਤੂੰ ਮਾਲਕ ਹੈ, ਤੂੰ ਸਵਾਮੀ ਹੈ, ਮੈਂ ਦਾਸ ਹਾਂ। ਹਾਂ, ਅੰਦਰ ਗਿਆਨ ਇਹੀ ਹੋਣਾ ਇੱਕ ਦਿਨ ਜਾ ਕੇ, ਪਰ ਰਸਨਾ ਤੋਂ ਨਹੀਂ ਕਦੇ ਕਹਿਣਾ ਮੈਂ ਰੱਬ ਹਾਂ। ਰਸਨਾ ਤੋਂ ਇਹੀ ਕਹਿਣਾ ਹੈ ਪ੍ਰਭੂ ਮੈਂ ਤੇਰਾ ਦਾਸ ਹਾਂ। ਹਿਰਦੇ 'ਚ ਗਿਆਨ, ਮੁਖ ਵਿੱਚ ਭਗਤੀ ਤੇ ਵਰਤਣ 'ਚ ਵਿਰਾਗ, ਇਹ ਤਿੰਨ ਚੀਜ਼ਾਂ ਗੁਰਸਿੱਖ ਨੂੰ ਮੇਰੇ ਸਾਹਿਬ ਨੇ ਬਖਸ਼ੀਆਂ ਨੇ। ਹਿਰਦੇ 'ਚ ਗਿਆਨ ਇਹੀ ਹੋਵੇ ਕਿ ਅਸੀਂ ਆਤਮ ਸਰੂਪ ਹਾਂ, ਮਨ ਤੂੰ ਜੋਤ ਸਰੂਪ ਹੈ। ਪਰ ਰਸਨਾ ਤੋਂ ਤਾਂ ਨਹੀਂ ਕਹਿਣਾ ਵੀ ਮੈਂ ਰੱਬ ਹਾਂ। ਰਸਨਾ ਤੋਂ ਕੀ ਆਖਣਾ, ਅਸੀਂ ਦਾਸ ਹਾਂ ਆਪਣੇ ਮਾਲਕ ਦੇ ਦਰ ਦੇ, ਸਵਾਮੀ ਦੇ ਦਰ ਦੇ, ਤੇ ਵਰਤਣ 'ਚ ਵਿਰਾਗ। ਰਸਨਾ ਤੋਂ ਜੋ ਦਾਸਾ ਭਾਵ ਹੈ, ਇਹਨੂੰ ਕਹਿੰਦੇ ਨੇ ਮੁਖ ਵਿੱਚ ਭਗਤੀ। ਤੋ ਗਰੀਬ ਨਵਾਜ ਸਾਹਿਬ ਜੀ ਦੇ ਘਰ ਵਿੱਚ ਜਿਹੜਾ ਗਿਆਨ ਹੈ, ਗੁਰੂ ਕਲਗੀਧਰ ਜੀ ਦੱਸ ਰਹੇ ਨੇ ਕਿ ਗਿਆਨ ਤੇ ਭਗਤੀ ਦੋਨਾਂ ਦਾ ਰਸ ਭਾਈ ਨੰਦ ਲਾਲ ਜੀ ਨੇ ਮਾਣਿਆ। ਕੱਲਾ ਗਿਆਨ ਨਹੀਂ, ਨਾਲ ਭਗਤੀ ਦਾ ਰਸ ਵੀ ਦੱਸਿਆ। ਇਸ ਕਰਕੇ ਗਿਆਨ ਦੀਆਂ ਕਥਾਵਾਂ ਕਥਨ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਇੱਥੇ ਗਿਆਨ ਭਗਤੀ ਦੇ ਨਾਲ ਲਬਰੇਜ਼ ਕਰਕੇ ਦਿੱਤਾ ਜਾਂਦਾ ਹੈ। ਭਗਤੀ ਦੇ ਨਾਲ ਇਹ ਕਿਉਂ ਹੈ ਦੇਸੀ ਗਿਆਨ, ਇਹਦੇ 'ਚ ਭਗਤੀ ਦੀ ਮਿਸ਼ਰੀ ਮਿਲਾ ਕੇ ਮੇਰੇ ਸਾਹਿਬ ਨੇ ਦਿੱਤਾ। ਜੇ ਸਿੱਧਾ ਦੇਸੀ ਘਿਓ ਖੰਘ ਦੇ ਮਰੀਜ਼ ਨੂੰ ਦਿਓਗੇ, ਹੋਰ ਖੰਘ ਮਰ ਜਾਏਗਾ। ਉਹ ਮਿਸ਼ਰੀ ਸ਼ੱਕਰ ਮਿੱਠਾ ਮਿਲਾ ਕੇ ਆ ਜਾਏ, ਖੁਸ਼ਕੀ ਨਾਲ ਹੋਣ ਵਾਲੀ ਉਹ ਖੰਘ ਗਲੇ ਦੀ ਦੂਰ ਹੋ ਜਾਂਦੀ ਹੈ ਉਹੀ ਘਿਓ, ਪਰ ਉਹਦੇ 'ਚ ਜੇ ਮਿਸ਼ਰੀ ਮਿਲਾ ਦਿੱਤੀ ਤਾਂ ਉਹ ਮਾਫਕ ਹੋ ਗਈ ਖੰਘ ਦੇ ਰੋਗੀਆਂ ਲਈ। ਤੋ ਗਰੀਬਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਭਗਤੀ ਔਰ ਗਿਆਨ ਦੋਨਾਂ ਦੇ ਰਸ ਨੂੰ ਮਾਣਦੇ ਹਨ। ਸਤਿਗੁਰ ਮਿਹਰ ਨਦਰ ਕੀ ਧਾਰੇ,
ਸਤਿਗੁਰੂ ਜੀ ਜਿਨ੍ਹਾਂ ਤੇ ਆਪਣੀ ਨਜ਼ਰ ਦੀ ਮਿਹਰ ਦ੍ਰਿਸ਼ਟੀ ਧਾਰਦੇ ਹਨ। ਅਨਕ ਗੁਰੂ ਕਰ ਜਗ ਬਿਸਤਾਰੇ, ਜਿਹਨੂੰ ਮਹਾਰਾਜ ਜੀ ਨਜ਼ਰ ਦ੍ਰਿਸ਼ਟੀ ਕਰਕੇ ਜਿਸ ਤੇ ਦਇਆ ਦ੍ਰਿਸ਼ਟੀ ਕਰ ਦਿੰਦੇ ਨੇ, ਉਹ ਵੀ ਸੰਸਾਰ ਦੇ ਜੀਵਾਂ ਨੂੰ ਤਾਰਨ ਚ ਸਮਰੱਥ ਹੋ ਜਾਂਦਾ। ਭਾਈ ਆਲਮ ਸਿੰਘ, ਭਾਈ ਨੰਦ ਲਾਲ ਉਹਨਾਂ ਵਿੱਚੋਂ ਹੈ ਜਿਨ੍ਹਾਂ ਤੇ ਗੁਰੂ ਦੀ ਦ੍ਰਿਸ਼ਟੀ ਹੈ। ਗੁਰੂ ਤਾਂ ਤਾਰਦਾ ਹੀ ਹੈ, ਗੁਰੂ ਜਿਸ ਤੇ ਦ੍ਰਿਸ਼ਟੀ ਕਰਦਾ ਹੈ ਉਹ ਵੀ ਅੱਗੇ ਤਾਰਨ ਵਾਲਾ ਹੋ ਜਾਂਦਾ। ਜਿਨੇ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਉਹਨਾਂ ਭਜਨ ਕਰਨ ਵਾਲਿਆਂ ਦੇ ਨਾਲ ਹੋਰ ਵੀ ਕਿਤਨੇ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਉਹ ਆਪਣੇ ਨਾਲ ਆਪਣਾ ਸਮੁਦਾਇ, ਆਪਣਾ ਕੁੱਲ ਵੀ ਉਧਾਰ ਲੈਂਦੇ ਨੇ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ। ਭਾਈ ਆਲਮ ਸਿੰਘ ਜੀ, ਭਾਈ ਨੰਦ ਲਾਲ ਜੀ ਉਹਨਾਂ ਵਿੱਚੋਂ ਹਨ। ਆਲਮ ਸਿੰਘ ਸੋ ਕਰਿਓ ਬਖਾਨ, ਜਦੋਂ ਬਾਜਾਂ ਵਾਲੇ ਪ੍ਰੀਤਮ ਜੀ ਨੇ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨੂੰ ਇਹ ਬਚਨ ਕਹੇ, ਮੀਰ ਸੋ ਵੱਡੇ ਮਰਾਤਬ ਦਾਨ, ਉਸ ਵੱਡੇ ਮੀਰ ਨੂੰ ਮਹਾਰਾਜ ਜੀ ਨੇ ਮਰਤਬਾ ਦਿੱਤਾ। ਪ੍ਰੇਮੀ ਮਗ ਖੁਦਾਏ ਕੋ ਆਹੇ, ਵੇਖਿਆ ਕਿ ਮੀਰ ਰੱਬ ਦੇ ਘਰ ਦਾ ਪ੍ਰੇਮੀ ਹੈ, ਇਹ ਖੁਦਾ ਦੇ ਮਾਰਗ ਦਾ ਪ੍ਰੇਮੀ ਪੰਥੀ ਹੈ। ਨੰਦ ਲਾਲ ਤੇ ਸਿੱਖਿਆ ਲਏ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਿਹਾ ਇਹਨਾਂ ਨੂੰ ਸੁਸਿੱਖਿਤ ਤੁਸੀਂ ਕਰੋ। ਭਾਈ ਨੰਦ ਲਾਲ ਜੀ, ਗੁਰੂ ਨਾਨਕ ਦੇ ਘਰ ਦੀ ਗੁਰਸਿੱਖੀ ਦੀ ਮਰਿਆਦਾ ਇਹਨਾਂ ਨੂੰ ਤੁਸੀਂ ਸਿਖਾਓ। ਮੀਰ ਮਰਾਤਬ ਦਾਨ ਸੁਜਾਨਾ, ਇਸ ਤਰ੍ਹਾਂ ਉਸ ਮੀਰ ਨੇ ਮਰਾਤਬ ਦਾਨ ਪ੍ਰਾਪਤ ਕੀਤਾ। ਬਾਦਸ਼ਾਹ ਕੇ ਨਿਕਟ ਮਾਨਾ, ਖਾਲਸਾ ਜੀ ਬਾਦਸ਼ਾਹ ਦੇ ਕੋਲ ਜਦੋਂ ਗੁਰੂ ਘਰ ਦੀ ਸਿੱਖਿਆ ਲੈ ਕੇ ਗਿਆ ਨਾ, ਇਹ ਮੀਰ ਜਿਹੜਾ ਮੀਰ ਦਰੋਗਾ ਸੀ, ਇਹਦਾ ਬੜਾ ਵੱਡਾ ਰੁਤਬਾ ਸੀ ਬਾਦਸ਼ਾਹ ਦੇ ਕੋਲ ਨੌਕਰੀ ਵਿੱਚ। ਤੂੰ ਮੁਖ ਮੋਟੀ ਬਾਤ ਪ੍ਰਕਾਸ਼, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਮੁਖ ਤੋਂ ਮੋਟੀ ਬਾਤ ਜਿਹੜੀ ਕਹੀ ਜਾਂਦੀ ਹੈ। ਹਰੋ ਕਰਤ ਹੈ ਹਾਸ ਬਿਲਾਸ, ਤੇ ਹਾਸ ਬਿਲਾਸ ਕਰਦੇ ਹਨ। ਇਮ ਕੈ ਗੁਰੂ ਕਿਰਪਾ ਬੋ ਕਰੀ, ਮਹਾਰਾਜ ਸੱਚੇ ਪਾਤਸ਼ਾਹ ਨੇ ਹਾਸ ਬਿਲਾਸ ਚ ਕਰਕੇ ਨਾ ਬਚਨ ਆਲਮ ਸਿੰਘ ਨੂੰ ਕਹਿੰਦੇ, ਆਲਮ ਸਿੰਘ ਜਿਹਨੂੰ ਤੂੰ ਟੋਕ ਰਿਹਾ ਨਾ ਸੈਯਦ ਨੂੰ, ਹੱਸਦਿਆਂ ਆ। ਮਹਾਰਾਜ ਕਹਿੰਦੇ ਬਾਦਸ਼ਾਹ ਕੋਲ ਬੜੇ ਵੱਡੇ ਰੁਤਬੇ ਤੇ ਹੈ, ਜਿਵੇਂ ਹਾਸ ਰਸ ਚ ਨਹੀਂ ਆਪਾਂ ਬਜਰੇ ਦਾ ਬੜਾ ਵੱਡਾ ਰੁਤਬਾ ਹੈ ਬਾਦਸ਼ਾਹ ਕੋਲੇ। ਮੀਰ ਦਰੋਗਾ ਹੁੰਦਾ ਉੱਥੇ, ਤੂੰ ਇਹਨੂੰ ਟੋਕੀ ਜਾਣਾ ਮੋਟੀ ਜੀ ਗੱਲ ਕਰਕੇ ਆਪਣੇ ਮੁਖੋਂ। ਮਹਾਰਾਜ ਜੀ ਦਾ ਹਾਸੇ ਚ ਇਹ ਬਚਨ ਕਰਕੇ ਚੁੱਪ ਕਰ ਗਏ। ਇਮ ਕੈ ਗੁਰੂ ਕਿਰਪਾ ਬੋ ਕਰੀ, ਬੜੀ ਭਾਰੀ ਕਿਰਪਾ ਦ੍ਰਿਸ਼ਟੀ ਭਾਈ ਨੰਦ ਲਾਲ ਜੀ ਤੇ ਵੀ ਕੀਤੀ ਔਰ ਉਸ ਮੀਰ ਦਰੋਗੇ ਤੇ ਵੀ ਕੀਤੀ। ਪ੍ਰੇਮਾ ਭਗਤ ਹਿਰਦੇ ਤਿਸ ਧਰੀ, ਔਰ ਪ੍ਰੇਮਾ ਭਗਤੀ ਦਾ ਰਸ ਹਿਰਦੇ ਚ ਉਸੇ ਘੜੀ ਭਰ ਦਿੱਤਾ। ਪਇਓ ਨਿਹਾਲ ਪਾਏ ਗੁਰ ਕਰੁਣਾ, ਸੰਕਟ ਹਰਿਓ ਜਨਮ ਅਰ ਮਰਨਾ। ਮਹਾਰਾਜ ਜੀ ਦੀ ਦ੍ਰਿਸ਼ਟੀ ਨਾਲ ਭਾਈ ਨੰਦ ਲਾਲ ਜੀ ਦਾ ਜਨਮ ਮਰਨ ਤਾਂ ਮੁੱਕ ਹੀ ਚੁੱਕਾ ਹੈ। ਨਾਲ ਉਹ ਜੋ ਮੀਰ ਦਰੋਗਾ ਹੈ ਸਾਹਿਬ ਦੀ ਦ੍ਰਿਸ਼ਟੀ ਨਾਲ ਨਿਹਾਲ ਹੋਇਆ, ਜਨਮ ਮਰਨ ਤੋਂ ਮੁਕਤ ਹੋ ਗਿਆ। ਨੰਦ ਲਾਲ ਗੁਰ ਕੇ ਟਿਗ ਰਹੇ, ਭਾਈ ਨੰਦ ਲਾਲ ਜੀ ਸਤਿਗੁਰਾਂ ਕੋਲ ਹੀ ਰਹੇ, ਮਹਾਰਾਜ ਜੀ ਦੇ ਸ਼ਰਨ ਵਿੱਚ ਹੀ ਰਹੇ। ਬ੍ਰਹਮ ਗਿਆਨ ਮੈਂ ਨਿਸ਼ਚੈ ਲਏ, ਬ੍ਰਹਮ ਗਿਆਨ ਵਿੱਚ ਪਰਪੱਕ ਨਿਸ਼ਚਾ ਭਾਈ ਸਾਹਿਬ ਜੀ ਦਾ ਟਿਕਿਆ ਹੋਇਆ। ਧਨ ਆਪਣੋ ਸੰਤਨ ਕੋ ਦੇਵੈ, ਔਰ ਭਾਈ ਸਾਹਿਬ ਜੀ ਦਾਨੀ ਸੁਭਾਅ ਹੈ, ਕਿਉਂਕਿ ਮਾਇਆ ਖੁੱਲੀ ਸੀ ਭਾਈ ਸਾਹਿਬ ਦਾ। ਪਰਿਵਾਰ ਪਿੱਛੋਂ ਚੰਗੇ ਰੁਤਬੇ ਵਿੱਚ ਸਨ, ਪਿਤਾ ਛੱਜੂ ਰਾਮ ਜੀ ਮੀਰ ਮੁਨਸ਼ੀ ਸਨ। ਤੋ ਭਾਈ ਸਾਹਿਬ ਦੇ ਕੋਲ ਜਿਹੜਾ ਧਨ ਹੈ ਉਹਨੂੰ ਸਹੀ ਢੰਗ ਨਾਲ ਧਰਮ ਅਰਥ ਖਰਚਦੇ ਨੇ, ਗੁਰੂ ਕੇ ਸਿੱਖਾਂ ਨੂੰ ਭੋਜਨ ਛਕਾਉਂਦੇ ਹਨ। ਗੁਰ ਸਿੱਖਨ ਕੋ ਹਿਤ ਕਰ ਸੇਵੈ, ਗੁਰੂ ਕੇ ਸਿੱਖਾਂ ਦੀ ਸੇਵਾ ਟਹਿਲ ਕਰਦੇ ਹਨ। ਵਿਦਾ ਹੋਏ ਕਬ ਘਰ ਕੋ ਜਾਏ, ਕਈ ਵਾਰ ਭਾਈ ਸਾਹਿਬ ਮਹਾਰਾਜ ਜੀ ਕੋਲੋਂ ਛੁੱਟੀ ਲੈ ਕੇ ਘਰ ਚਲੇ ਜਾਂਦੇ ਨੇ। ਧਰਤ ਧਿਆਨ ਔਰ ਵਿਖੇ ਬਸਾਏ, ਔਰ ਘਰ ਜਾ ਕੇ ਗੁਰੂ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਔਰ ਨਿਕਟ ਰਹਿ ਬੇਕੋ ਆਵੇ, ਫਿਰ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਮਹਾਰਾਜ ਜੀ ਦੇ ਕੋਲ ਆਉਂਦੇ।
ਕਈ ਮਹੀਨੇ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਰਹਿੰਦੇ ਹਨ। ਗਰਭ ਵਿਸਾਲ ਅਕੋਰ ਚੜਾਵੇ। ਭਾਈ ਸਾਹਿਬ ਦਾ ਕੋਈ ਕਾਰ ਵਿਹਾਰ ਚੰਗਾ ਚੱਲਦਾ ਵੀ ਸੀ, ਜਿੱਥੇ ਨੌਕਰੀ ਤਾਂ ਹੁਣ ਛੱਡ ਦਿੱਤੀ, ਪਰ ਉਦਾਂ ਜੋ ਧਨ ਸੀ ਪਿਤਾ ਪੁਰਖੀ, ਉਹਦੇ ਕਈ ਪ੍ਰਕਾਰ ਦੇ ਵਪਾਰ ਸਨ। ਉਹਦੇ ਵਿੱਚੋਂ ਮਾਇਆ ਜਿਹੜੀ ਆ ਦਸਵੰਧ ਦੀ, ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਇਸੇ ਬਹਾਦਰ ਸ਼ਾਹ ਚਿਤਾਰੈ। ਉਧਰ ਬਾਦਸ਼ਾਹ ਬਹਾਦਰ ਸ਼ਾਹ ਵੀ ਭਾਈ ਸਾਹਿਬ ਜੀ ਨੂੰ ਚੇਤੇ ਕਰਦਾ, ਕਿਉਂਕਿ ਭਾਈ ਨੰਦ ਲਾਲ ਸਾਹਿਬ ਨਾਲ ਬਾਦਸ਼ਾਹ ਬਹਾਦਰ ਸ਼ਾਹ ਦਾ ਜੋ ਔਰੰਗਜ਼ੇਬ ਦਾ ਪੁੱਤ ਹੈ, ਉਹਦਾ ਬੜਾ ਸਨੇਹ ਸੀ। ਬੜਾ ਵਲੀ ਬੋ ਉਸਤਤੀ ਉਚਾਰੇ। ਉਹ ਸੋਚਦਾ ਹੈ ਕਿ ਭਾਈ ਨੰਦ ਲਾਲ ਜੀ ਜਿਸ ਦੇ ਮੁਰੀਦ ਨੇ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਬੜੇ ਵਲੀ ਪੁਰਸ਼ ਨੇ। ਐਸੀ ਉਸਤਤੀ ਭਾਈ ਨੰਦ ਲਾਲ ਜੀ ਕਰਦੇ ਹਨ। ਇਸ ਤੇ ਸੁਣ ਕਰ ਕੈ ਉਪਦੇਸ਼। ਉਹਨਾਂ ਕੋਲੋਂ ਸੁਣ ਕੇ ਉਹ ਅੱਗੇ ਉਪਦੇਸ਼ ਦਿੰਦੇ ਨੇ। ਗੁਰ ਕੀ ਮਹਿਮਾ ਲਖੇ ਵਿਸ਼ੇਸ਼। ਬਹਾਦਰ ਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦਾ ਸੁਣਦਾ ਹੈ। ਮਹਾਸ਼ਰਈਨ ਤੇ ਡਰ ਪਾਵੇ। ਬਹਾਦਰ ਸ਼ਾਹ ਦਾ ਮਨ ਕਰਦਾ ਵੀ ਦਰਸ਼ਨ ਕਰਾਂ, ਪਰ ਜਿਹੜੇ ਉਹ ਸ਼ਰਈ ਕੱਟੜ ਮੁਸਲਮਾਨ ਨੇ ਆਲੇ ਦੁਆਲੇ, ਉਹਨਾਂ ਤੋਂ ਬਹਾਦਰ ਸ਼ਾਹ ਡਰਦਾ ਹੈ। ਪਦਰ ਤਰਾਸ ਕੋ ਹਿਰਦੈ ਬਸਾਵੇ। ਪਿਓ ਦਾ ਔਰੰਗੇ ਦਾ ਬੜਾ ਭਾਰੀ ਡਰ ਹੈ ਇਹਦੇ ਮਨ ਵਿੱਚ। ਮੈਂ ਮਿਲ ਸਕੇ ਜਾਨ ਇਸ ਕਾਰਨ। ਪਤਾ ਹੈ ਕਿ ਜਾਣਾ ਚਾਹੁੰਦਾ, ਪਰ ਵੇਖਦਾ ਵੀ ਹੁਣ ਮੈਂ ਮਿਲ ਨਹੀਂ ਸਕਦਾ, ਜਾ ਕੇ ਕਲਗੀਧਰ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਹਿਰਦੈ ਲਖੈ ਗੁਰ ਕਰੇ ਉਧਾਰਨ। ਮਨ ਤੇ ਜਾਣਦਾ ਵੀ ਕਿਸੇ ਨਾ ਕਿਸੇ ਦਿਨ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਹੋਣਗੇ। ਇਹਦੀ ਇੱਛਾ ਉਹ ਪੂਰੀ ਵੀ ਹੋਈ। ਸਾਹਿਬ ਨੇ ਬਹਾਦਰ ਸ਼ਾਹ ਨੂੰ ਫਿਰ ਦਰਸ਼ਨ ਵੀ ਦਿੱਤੇ ਸਨ। ਅੱਗੇ ਕਥਾ ਆਵੇਗੀ। ਪੀਛੇ ਆਨੰਦਪੁਰ ਵੱਡੇ ਆਨੰਦ। ਔਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਧਰ ਭਾਰੀ ਆਨੰਦ ਰਹੇ ਨੇ। ਬਹਾਦਰ ਸ਼ਾਹ ਦੇ ਜਨਮ ਸਮੇਂ ਦੀ ਕਥਾ ਪਿੱਛੇ ਆਪ ਜੀ ਨੇ ਸੁਣੀ। ਜਦੋਂ ਬਾਬਾ ਰਾਮ ਰਾਏ ਸਾਹਿਬ ਨੇ, ਇਹਦਾ ਜਨਮ ਹੋਣਾ ਸੀ ਬਹਾਦਰ ਸ਼ਾਹ ਦਾ, ਤੇ ਔਰੰਗਜ਼ੇਬ ਬਾਬਾ ਰਾਮ ਰਾਏ ਜੂਨੀ ਦਿਨੀ ਦਿੱਲੀ ਵਿੱਚ ਤੋ ਪ੍ਰਸੂਤਾ ਦੀ ਪੀੜਾ ਨਾਲ ਬੜੀ ਵਿਆਕੁਲ ਸੀ ਦੀ ਮਾਤਾ। ਤੇ ਬਾਬਾ ਰਾਮ ਰਾਏ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਸੀ। ਗੁਰਬਾਣੀ ਦੇ ਉਸ ਜਾਪ ਦਾ ਅਸਰ ਭਾਈ ਸੰਤੋਖ ਸਿੰਘ ਜੀ ਦੇ ਮੁਤਾਬਕ ਉਹ ਬਹਾਦਰ ਸ਼ਾਹ ਤੇ ਵਰਤਿਆ। ਇਸੇ ਕਰਕੇ ਕਲਗੀਧਰ ਜੀ ਦੇ ਸੇਵਕ ਬਣਿਆ। ਉਹ ਬਾਣੀ ਦਾ ਹੀ ਪ੍ਰਤਾਪ ਸੀ। ਬਾਣੀ ਦੀ ਜਿਹੜੀ ਪਾਰਸ ਕਲਾ ਸੀ ਇਹਦੇ ਤੇ ਵਰਤੀ ਹੈ। ਤੋ ਬਹਾਦਰ ਸ਼ਾਹ ਦੇ ਮਨ 'ਚ ਕਾਂਖਾ ਬਣੀ ਹੋਈ ਆ, ਕਦੇ ਸਬੱਬ ਬਣੇ ਸਾਹਿਬ ਦੇ ਦਰਸ਼ਨ ਕਰਾਂ, ਪਰ ਔਰੰਗਜ਼ੇਬ ਤੋਂ ਡਰਦਾ, ਭੈ ਭੀਤ ਹੁੰਦਾ ਹੈ। ਇਧਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਹਾਰਾਜ ਜੀ ਭਾਰੀ ਆਨੰਦ ਵਰਤਾ ਰਹੇ ਨੇ। ਮਿਲੇ ਆਨ ਗਨ ਸਿੱਖ ਬਿਲੰਦ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ।